ਆਪਣੀ ਮੁਰਗੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦਵੇ। ਇਹ ਪੰਜਾਬੀਆਂ ਦੇ ਵਿੱਚ ਇਹ ਕਹਾਵਤ ਜਿਹੜੀ ਹੈ ਜਾਂ ਮੁਹਾਵਰਾ ਬਹੁਤ ਹੀ ਅੱਜ ਦੇ ਸਮੇਂ 'ਚ ਢੁਕਦਾ ਪਿਆ ਕੁਝ ਲੋਕਾਂ ਦੇ ਉੱਪਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਪੰਜਾਬੀ ਦੀ ਇੱਕ ਪੁਰਾਣੀ ਕਹਾਵਤ ਹੈ, ਜੇ ਆਪਣੀ ਮੁਰਗੀ ਚੰਗੀ ਹੋਵੇ ਤਾਂ ਬਾਹਰ ਜਾ ਕੇ ਆਂਡੇ ਕਿਉਂ ਦਵੇ। ਅੱਜ ਕੱਲ੍ਹ ਦੇ ਜ਼ਮਾਨੇ ਵੱਲ ਅਗਰ ਨਜ਼ਰ ਮਾਰ ਕੇ ਦੇਖੀਏ ਤਾਂ ਇਹ ਕਹਾਵਤ ਹਰ ਦੂਸਰੇ ਘਰ ਉੱਤੇ ਢੁਕਦੀ ਹੋਈ ਨਜ਼ਰ ਆਉਂਦੀ ਹੈ, ਕਿਉਂਕਿ ਹਰ ਘਰ ਦੇ ਵਿੱਚ ਹਾਲਾਤ ਕੁਝ ਅਜਿਹੇ ਨਹੀਂ। ਗੱਲ ਚਾਹੇ ਨੂੰਹਾਂ ਦੀ ਹੋਵੇ ਜਾਂ ਪੁੱਤਾਂ ਦੀ ਜਾਂ ਮਾਪਿਆਂ ਦੀ, ਅੱਜ ਕੱਲ੍ਹ ਹਰ ਕੋਈ ਆਪਣੇ ਨਿੱਜਾਂ ਕਰਕੇ ਸਾਨੂੰ ਜਿਉਂਦਾ ਨਜ਼ਰ ਆਉਂਦਾ ਹੈ। ਬਹੁਤ ਘੱਟ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੇ ਸੰਸਕਾਰ ਆਪਣੇ ਸਾਂਭੇ ਹੋਏ ਨੇ, ਜੋ ਆਪਣੇ ਨਿੱਜਾਂ ਨੂੰ ਮਾਰ ਕੇ ਜੀਣਾ ਸਿੱਖਦੇ ਨੇ, ਜੋ ਦੂਜਿਆਂ ਨੂੰ ਖੁਸ਼ੀਆਂ ਦੇ ਕੇ ਜੀਣਾ ਸਿੱਖਦੇ ਨੇ, ਜਿਨ੍ਹਾਂ ਨੇ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਆਪਣਾ ਪੂਰਾ ਪਰਿਵਾਰ ਇੱਕ ਲੜੀ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਪਰ ਬਹੁਤਾਤ ਗਿਣਤੀ ਅਜਿਹੇ ਪਰਿਵਾਰਾਂ ਦੀ ਹੈ ਜੋ ਆਪ ਖਿਲਰੇ ਨੇ, ਤੇ ਖਿਲਰਨ ਦੇ ਕਾਰਨ ਕੀ ਨੇ ਉਹ ਤੁਹਾਨੂੰ ਸਮਝਾ ਰਹੇ ਨੇ ਇਸ ਕਹਾਵਤ ਦਾ ਹਵਾਲਾ ਦੇ ਕੇ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ। ਆਪਣੀ ਮੁਰਗੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦਵੇ। ਇਹ ਪੰਜਾਬੀਆਂ ਦੇ ਵਿੱਚ ਇਹ ਕਹਾਵਤ ਜਿਹੜੀ ਹੈ ਜਾਂ ਮੁਹਾਵਰਾ ਬਹੁਤ ਹੀ ਅੱਜ ਦੇ ਸਮੇਂ 'ਚ ਢੁਕਦਾ ਪਿਆ ਕੁਝ ਲੋਕਾਂ ਦੇ ਉੱਪਰ। ਕੁਝ ਲੋਕ ਜਿਹੇ ਨੇ ਆਂਡੇ ਤਾਂ ਕਿਤੇ ਦਿੰਦੇ ਨੇ, ਭਾਵ ਫਾਇਦਾ ਕਿਤੇ ਕਰਦੇ ਆ ਤੇ ਕੁੜ ਕਿਤੇ ਕਰਦੇ ਆ। ਪਰਿਵਾਰ ਦੀ ਬਰਬਾਦੀ ਆਪਣੇ ਹੱਥੀਂ ਕਰਦੇ ਆ ਤੇ ਘਰ ਬਾਹਰ ਲੁਟਾਉਂਦੇ ਕਿਤੇ ਆ ਤੇ ਰੌਲਾ ਕਿਤੇ ਪਾਉਂਦੇ ਨੇ। ਇਹ ਕਹਾਵਤ ਜਿਹੜੀ ਆ ਬਿਲਕੁਲ ਉਹਨਾਂ ਕੁਝ ਲੋਕਾਂ ਤੇ ਢੁਕਦੀ ਆ ਜਿਨ੍ਹਾਂ ਦੇ ਕਰਕੇ ਘਰਾਂ ਦੇ ਘਰ ਨਰਕ ਬਣ ਜਾਂਦੇ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੇਸ਼, ਦੁੱਖ, ਬਿਮਾਰੀ, ਗਰੀਬੀ ਅਤੇ ਪਤਾ ਨਹੀਂ ਕੀ ਝਗੜੇ ਝਮੇਲੇ ਪਏ ਰਹਿੰਦੇ ਨੇ। ਇਹ ਉਹਨਾਂ ਲੋਕਾਂ ਦੇ ਕਰਕੇ ਆ ਜਿਹੜੇ ਲੋਕ ਕੋਈ ਆਂਡਾ ਤਾਂ ਕਿਤੇ ਦਿੰਦੇ ਨੇ ਤੇ ਕੁੜ ਕਿਤੇ ਕਰਦੇ ਨੇ। ਵੀਰੋ, ਇਹ ਗੱਲ ਜਿਹੜੀ ਹੈ ਨਾ, ਪਿਛਲੇ ਸਮੇਂ ਤੁਹਾਨੂੰ ਪਤਾ ਕਿ ਬਹੁਤ ਸਾਰੇ ਲੋਕ ਕੁੱਕੜੀਆਂ ਰੱਖਦੇ ਹੁੰਦੇ ਸਨ। ਕੁੱਕੜੀਆਂ ਤੋਂ ਭਾਵ ਮੁਰਗੀ ਰੱਖਦੇ ਤੇ ਮੁਰਗੀਆਂ ਦਾ ਕੀ ਕੰਮ ਹੁੰਦਾ ਸੀ ਕਿ ਉਹ ਆਪਣੇ ਮਾਲਕ ਦੇ ਹੀ ਦਾਣੇ ਖਾਂਦੀਆਂ ਸਨ ਤੇ ਮਾਲਕ ਦੇ ਘਰ ਹੀ ਆਂਡੇ ਦਿੰਦੀਆਂ ਹਨ। ਤੇ ਭਾਵ ਜਦੋਂ ਆਂਡਾ ਦੇ ਦਿੰਦੀਆਂ ਸੀ ਤੇ ਕੁੜ ਕਰਦੀਆਂ ਤੇ ਮਾਲਕ ਨੂੰ ਪਤਾ ਲੱਗ ਜਾਂਦਾ ਸੀ ਕਿ ਇਹਨੇ ਆਂਡਾ ਦੇ ਦਿੱਤਾ, ਤੇ ਮਾਲਕ ਜਿਹੜਾ ਸੀ ਖੁਸ਼ ਹੋ ਜਾਂਦਾ, ਚੱਲ ਕੋਈ ਗੱਲ ਨਹੀਂ, ਆਂਡੇ ਦੇ ਦਿੱਤੇ ਆ ਤੇ ਚਲੋ ਵਧੀਆ ਹੋ ਗਿਆ, ਇਹਨੂੰ ਵੇਚ ਦੇਵਾਂਗੇ ਜਾਂ ਖਾ ਲਾਂਗੇ, ਕੁਛ ਵੀ ਆ, ਕੋਈ ਆਮਦਨ ਦਾ ਸਾਧਨ ਬਣੂਗੀ ਤੇ ਜ਼ਿੰਦਗੀ ਜਿਹੜੀ ਹੈ ਚੱਲਦੀ ਰਹੇਗੀ ਉਸ ਸਮੇਂ ਦੇ ਸਥਿਤੀ ਦੇ ਮੁਤਾਬਕ। ਤੇ ਵੀਰੋ, ਕੀ ਹੁੰਦਾ ਕਿ ਉਹ ਕੁਝ ਇੱਕ ਦੋ ਮੁਰਗੀ ਵੀ ਹੁੰਦੀ ਹੈ ਜਹੀ ਜਿਹੜੀ ਆਦਤ ਹੁੰਦੀ ਆ ਕਿ ਉਹ ਗਵਾਂਢੀਆਂ ਦੇ ਘਰ ਆਂਡਾ ਦੇ ਕੇ ਆਉਂਦੀ ਆ। ਆਂਡਾ ਤੇ ਉੱਥੇ ਦੇ ਆਊਗੀ ਤੇ ਘਰ ਆ ਕੇ ਕੁੜ ਕਰਨ ਲੱਗ ਪੂ, ਮਾਲਕ ਨੂੰ ਪਤਾ ਲੱਗ ਜੂ ਵੀ ਦਾਣੇ ਮੇਰੇ ਖਾਂਦੀ ਆ ਤੇ ਆਂਡੇ ਕਿਤੇ ਬਾਹਰ ਦਿੰਦੀ ਫਿਰਦੀ ਆ, ਫਿਰ ਮਾਲਕ ਨੂੰ ਬੁਰਾ ਲੱਗਦਾ। ਇਸੇ ਤਰ੍ਹਾਂ ਹੀ ਵੀਡੀਓ ਸਾਡੇ ਸਮਾਜ ਦੇ ਵਿੱਚ ਕੁਝ ਕੀ ਹੋ ਰਿਹਾ ਕਿ ਕੁਝ ਮੁਰਗੀਆਂ ਜਿਹੜੀਆਂ ਨੇ, ਇੱਥੇ ਮੇਰੀ ਗੱਲ ਕੋਈ ਮਨੁੱਖ ਵੀ, ਔਰਤ ਵੀ ਹੋ ਸਕਦੀ, ਮਰਦ ਵੀ ਹੋ ਸਕਦਾ, ਇਹ ਕਿਸੇ ਕੋਈ ਵਿਸ਼ੇਸ਼ ਵਿਅਕਤੀ ਲਈ ਨਹੀਂ ਆ, ਕੋਈ ਵੀ ਉਹ ਸਮਾਜ ਨੂੰ ਮੁੱਦੇ ਰੱਖ ਕੇ ਉਹ ਮੁਰਗੀ ਕੀ ਕਰਦੀ ਆ ਕਿ ਕਈ ਵਾਰ ਰਾਤ ਤੋਂ ਬਾਹਰ ਚਲੇ ਜਾਂਦੀ ਆ, ਦਿਨੇ ਬਾਹਰ ਚਲ ਜਾਂਦੀ ਆ, ਤੇ ਉਹ ਮੁਰਗੀ ਜਿਹੜੀ ਉਹ ਆਂਡੇ ਕਿਤੇ ਦੇ ਆਉਂਦੀ ਆ, ਜੋ ਕਮਾਉਂਦੀ ਆ ਉਹ ਬਾਹਰ ਦੇ ਆਉਂਦੀ, ਲਟਾਈ ਜਾਂਦੀ ਆ, ਤੇ ਉਹ ਆ ਕੇ ਫਿਰ ਘਰ ਰੌਲਾ ਪਾਉਂਦੀ ਆ। ਤੇ ਫਿਰ ਘਰਦਿਆਂ ਨੂੰ ਪਤਾ ਲੱਗ ਜਾਂਦਾ ਕਿ ਮੁਰਗੀ ਜਿਹੜੀ ਆਂਡਾ ਤੇ ਕਿਤੇ ਬਾਹਰ ਦਿੰਦੀ ਆ, ਰੌਲਾ ਇਹ ਪਾਈ ਜਾਂਦੀ, ਬਚਦਾ ਹੀ ਕੁਝ ਨਹੀਂ, ਘਰ ਕਮਾਈ ਹੈ ਨਹੀਂ ਕੁਛ ਵੀ। ਤੇ ਉਹ ਫਿਰ ਇੰਜ ਲਗਾਤਾਰ ਜਿਹੜੀ ਆ ਮੁਰਗੀ 5 6 7 ਸਾਲ ਚੱਲਦਾ ਰਹਿੰਦਾ ਤੇ ਮੁਰਗੀ ਜਿਹੜੀ ਆ ਦੂਜੇ ਘਰ ਆਂਡੇ ਦਿੰਦੀ, ਉਹ ਆਂਡੇ ਜਿਹੜੇ ਉਹ ਵੇਚ ਕੇ ਖਾਈ ਜਾਂਦੇ ਨੇ ਤੇ ਐਸ਼ ਕਰਦੇ ਨੇ, ਤੇ ਘਰੋਂ ਦਾਣੇ ਚੁਗਦੀ ਆ ਤੇ ਘਰ ਵਿੱਚ ਗਰੀਬੀ ਜਿਹੜੀ ਆ, ਆਮਦਨ ਦਾ ਕੋਈ ਸਾਧਨ ਨਹੀਂ ਬਣਦਾ ਤੇ ਘਰ ਦੇ ਬੜੇ ਤੰਗ ਹੋ ਜਾਂਦੇ ਨੇ। ਕਈ ਵਾਰ ਕੀ ਹੁੰਦਾ ਕਿ ਕਈ ਜਿਹੜੀਆਂ ਮੁਰਗੀਆਂ ਨੇ ਘਰਦਿਆਂ ਨੂੰ ਵੱਢਣ ਪੈਂਦੀਆਂ ਨੇ, ਦੂਜਿਆਂ ਨੂੰ, ਉਹ ਆਪਣੇ ਪਰਿਵਾਰਕ ਜਿਹੜੇ ਬਾਕੀ ਮੈਂਬਰ ਹੁੰਦੇ ਨੇ ਵੱਢਣ ਪਵੇਗੀ, ਟੁੱਟ ਪਵੇਗੀ ਤੇ ਬਾਹਰ ਜਾ ਕੇ ਦੰਦੀਆਂ ਕੱਢੇਗੀ। ਜਦੋਂ ਦੰਦੀਆਂ ਬਾਹਰ ਕੱਢੂ ਘਰਦਿਆਂ ਨੂੰ ਵੀ ਪਤਾ ਲੱਗ ਜਾਂਦਾ ਕਿ ਇਹ ਬਾਹਰ ਤੇ ਬੜੀਆਂ ਦੰਦੀਆਂ ਨਿਕਲਦੀਆਂ, ਘਰ ਇਹ ਹਰ ਵੇਲੇ ਔਖੀ ਰਹਿੰਦੀ ਮੁਰਗੀ। ਤੇ ਉਹ ਫਿਰ ਕੀ ਹੁੰਦਾ ਕਿ ਉਹ ਘਰ ਦੇ ਸਮਝ ਜਾਂਦੇ ਆ ਕਿ ਇਹ 'ਚ ਕੋਈ ਗੜਬੜ ਆ, ਇਹ ਮੁਰਗੀ ਜਿਹੜੀ ਆ ਕੁਝ ਖਰਾਬੀਆਂ ਕਰਦੀ ਆ, ਇਹ ਆਂਡੇ ਕਿਤੇ ਹੋਰ ਦਿੰਦੀ ਆ ਤੇ ਕੁੜਾ ਕੇ ਇੱਥੇ ਕਰਦੀ ਆ। ਫਿਰ ਉਹ ਘਰ ਵਿੱਚ ਕੀ ਹੁੰਦਾ, ਕਲੇਸ਼ ਪੈਣਾ ਸ਼ੁਰੂ ਹੋ ਜਾਂਦਾ, ਲੜਾਈ ਝਗੜਾ, ਹਰ ਵੇਲੇ ਟੈਨਸ਼ਨ, ਦਬਾਅ, ਤੇ ਉਹਦੇ ਨਾਲ ਕੀ ਹੁੰਦਾ, ਘਰ ਦਾ ਵਾਤਾਵਰਨ ਜਿਹੜਾ ਵਾ ਉਹ ਦੂਸ਼ਿਤ ਹੋ ਜਾਂਦਾ ਤੇ ਉਹਦੇ ਨਾਲ ਫਿਰ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ। ਕਈ ਵਾਰ ਵੇਖਿਆ ਹੋਣਾ ਵੀਰੋ, ਕਈ ਵਾਰਾਂ ਜਿਹੜੀਆਂ ਮੁਰਗੀਆਂ ਨੇ ਕਿਤੇ ਘਰੋਂ ਜਦੋਂ ਬਾਹਰ ਜਾਂਦੀਆਂ ਨੇ ਤੇ ਫੜੀਆਂ ਜਾਂਦੀਆਂ ਨੇ ਤੇ ਕਤਲ ਹੋ ਜਾਂਦਾ, ਤੇ ਕਤਲ ਕਰਕੇ ਉਹ ਮੁਰਗੀਆਂ ਨੂੰ ਸੁੱਟ ਦਿੱਤਾ ਜਾਂਦਾ ਕਿਤੇ ਨਾ ਕਿਤੇ, ਤੇ ਉਹ ਮੁੜ ਕੇ ਪਤਾ ਲੱਗਦਾ ਕਿ ਇਸ ਕਰਕੇ ਮੁਰਗੀ ਜਿਹੜੀ ਆ ਮਾਰ ਦਿੱਤੀ ਗਈ। ਇਹ ਅਗਲੇ ਦੋਸ਼ ਲਾਉਂਦੇ ਜੀ ਤੁਹਾਡੀ ਮੁਰਗੀ ਸਾਡੇ ਘਰ ਆ ਗਈ ਤਾਂ ਅਸੀਂ ਇਹਨੂੰ ਫਿਰ ਮਾਰਨਾ ਹੀ, ਵੱਢਣਾ ਹੀ, ਇਹਨੂੰ ਕੀ ਕਰਦੇ ਵੀਰੋ। ਫਿਰ ਉੱਥੇ ਜਿਹੜੇ ਸੂਝਵਾਨ ਤੁਹਾਡੇ ਵਰਗੇ ਵੀਰ ਹੁੰਦੇ ਨੇ ਉਹ ਇਹ ਗੱਲ ਜ਼ਰੂਰ ਦੁਹਰਾਉਂਦੇ ਨੇ ਮੁਹਾਵਰਾ ਕਿ ਜੇ ਸਾਡੀ ਮੁਰਗੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਈ ਪਰਿਵਾਰਾਂ ਦੇ ਵਿੱਚੋਂ ਕੁਝ ਘਰ ਦੇ ਹੀ ਆਪਣੇ ਮੁਰਗੀਆਂ
ਜਿਹੜੀਆਂ ਨੇ ਉਹ ਬਾਹਰ ਜਾ ਕੇ ਦੁਸ਼ਮਣਾਂ ਨੂੰ ਸਾਰੀ ਜਾਣਕਾਰੀ ਦੇਣਗੀਆਂ ਵੀ ਆਹ ਕੁਛ ਇਦਾਂ ਹੋ ਰਿਹਾ, ਇੰਜ ਹੋ ਰਿਹਾ, ਇਹਦਾ ਇਦਾਂ ਨੁਕਸਾਨ ਕੀਤਾ ਜਾ ਸਕਦਾ। ਮਾਲਕ ਨੂੰ ਵੀ ਤੇ ਪਤਾ ਹੁੰਦਾ ਹੀ ਆ ਨਾ ਕਿ ਮੇਰੀ ਮੁਰਗੀ ਜਿਹੜੀ ਆ ਖਰਾਬੀਆਂ ਕਰਨ ਡਈ ਆ, ਮੁਰਗੀ ਮੇਰੀ ਜਿਹੜੀ ਆ ਗਵਾਂਢੀਆਂ ਦੇ ਹੱਥਾਂ, ਦੁਸ਼ਮਣ ਦੇ ਹੱਥਾਂ ਦੇ ਵਿੱਚ ਖੇਡਦੀ ਪਈ ਆ। ਤਾਂ ਫਿਰ ਉਹ ਮਾਲਕ ਸੁਚੇਤ ਹੋ ਜਾਂਦਾ, ਚੇਤਨ ਹੋ ਜਾਂਦਾ, ਫਿਰ ਉਹ ਮੁਰਗੀ ਦਾ ਖਹਿੜਾ ਹੀ ਛੱਡ ਦਿੰਦਾ ਵੀ ਜਾ ਤੂੰ ਘੁੰਮ ਲਾ ਜਿੱਥੇ ਘੁੰਮਣਾ, ਦੇ ਲਾ ਆਂਡੇ ਜਿੰਨੇ ਦੇਣੇ। ਜੇ ਤੂੰ ਮੇਰੀ ਨਹੀਂ ਬਣੀ ਤੇ ਦੁਸ਼ਮਣਾਂ ਦੀ ਕਿੱਥੋਂ ਤੂੰ ਬਣਨਾ ਹੈਗਾ। ਫਿਰ ਉਹ 5 4 7 8 ਜਿੰਨਾ ਵੀ ਸਮਾਂ ਹੁੰਦਾ ਉਨੇ ਕੁ ਸਾਲ ਉਹ ਬਰਬਾਦ ਕਰਕੇ ਫਿਰ ਦਰਵਾਜ਼ੇ ਵੱਲ ਵੇਖਦੀ ਆ ਕਿ ਮੈਂ ਹੈਗੀ ਆ, ਤੇ ਪਰ ਉਦੋਂ ਸਮਾਂ ਗੁਜ਼ਰ ਚੁੱਕਾ ਹੁੰਦਾ। ਫਿਰ ਉਸ ਮੁਰਗੀ ਨੂੰ ਉਹਦੇ ਨਾਲ ਉਹ ਰਿਸ਼ਤੇ ਨਹੀਂ ਬਣਦੇ ਮਾਲਕ ਦੇ। ਉਹ ਮਾਲਕ ਕਹਿੰਦਾ ਨਹੀਂ, ਹੁਣ ਤੇਰਾ ਵਕਤ ਗੁਜ਼ਰ ਚੁੱਕਾ। ਕਈ ਵਾਰ ਕੀ ਹੁੰਦਾ ਕਿ ਕਈ ਨਾ ਘਰ ਦਾ ਕੋਈ ਮੈਂਬਰ ਜਿਹੜਾ ਵਾ ਉਹ ਘਰ ਸਵਾਹ ਪਾ ਕੇ ਚਲੇ ਜਾਂਦਾ ਆ ਸਿਰ ਦੇ ਵਿੱਚ, ਕਹਿਣ ਤੋਂ ਭਾਵ ਅਜਿਹਾ ਕੰਮ ਕਰ ਜਾਂਦਾ ਕਿ ਜਿਹੜੀ ਬਦਨਾਮੀ ਦਾ ਕਾਰਨ ਬਣਦਾ। ਤੇ ਫਿਰ ਦੂਜੇ ਨੂੰ ਕੀ ਦੋਸ਼ ਦੇਣਾ ਹੁੰਦਾ। ਫਿਰ ਉੱਥੇ ਵੀ ਤੁਹਾਡੇ ਵਰਗੇ ਸੂਝਵਾਨ ਵੀਰ ਕਹਿਣਗੇ ਕਿ ਜੇ ਆਪਣੀ ਮੁਰਗੀ ਚੰਗੀ ਹੁੰਦੀ ਤੇ ਬਾਹਰ ਆਂਡੇ ਕਿਉਂ ਦੇਵੇ। ਵੀਰੋ, ਮੇਰਾ ਕਹਿਣ ਤੋਂ ਭਾਵ ਕੀ ਹੈਗਾ ਕਿ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਣਾ ਚਾਹੀਦਾ। ਜੋ ਸਾਡੇ ਵੱਡਿਆਂ ਨੇ ਸਾਡੇ ਲਈ ਮੁਹਾਵਰੇ, ਅਖੌਤਾਂ ਬਣਾਈਆਂ ਨੇ, ਉਹ ਡੂੰਘਾ ਅਰਥ ਰੱਖਦੀਆਂ ਨੇ। ਅਸੀਂ ਸਾਨੂੰ ਆਪਣੀਆਂ ਆਦਤਾਂ ਨੂੰ ਬਦਲਣਾ ਚਾਹੀਦਾ। ਸਾਨੂੰ ਜਿਸ ਮਾਲਕ ਦਾ ਖਾਈਏ ਉਸੇ ਮਾਲਕ ਦੇ ਹੀ ਗੁਣ ਗਾਉਣੇ ਚਾਹੀਦੇ ਆ। ਇਹ ਨਹੀਂ ਕਿ ਆਪਾਂ ਖਾਈਏ ਕਿਤਿਓਂ ਤੇ ਕੁੜ ਕਿਤੇ ਕਰੀਏ, ਆਂਡੇ ਕਿਤੇ ਦਈਏ। ਜੇ ਮਾਲਕ ਦਾ ਖਾਈਏ ਤੇ ਆਂਡੇ ਵੀ ਉੱਥੇ ਦਈਏ ਤੇ ਕੁੜ ਵੀ ਕਰੀਏ ਤੇ ਮਾਲਕ ਵੀ ਖੁਸ਼ ਹੋ ਜਾਂਦਾ। ਭਾਵੇਂ ਘਰ ਵਿੱਚ ਗਰੀਬੀ ਵੀ ਹੋਵੇ, ਪੈਸੇ ਥੋੜੇ ਵੀ ਹੋਣ, ਲੇਕਿਨ ਵਫਾਦਾਰੀ ਜਿਹੜੀ ਆ ਉਹ ਬਹੁਤ ਅਹਿਮ ਰੱਖਦੀ ਆ। ਜਿਨ੍ਹਾਂ ਦੇ ਘਰਾਂ 'ਚ ਵਫਾਦਾਰੀਆਂ ਨਹੀਂ ਹੁੰਦੀਆਂ ਉਹ ਘਰ ਵਸਦੇ ਨਹੀਂ, ਉਹ ਘਰ ਸਹਿਜੇ ਉੱਜੜ ਜਾਂਦੇ ਨੇ। ਮੈਂ ਆਸ ਕਰਦਾ ਕਿ ਸਾਡਾ ਸੋਹਣਾ ਪੰਜਾਬ, ਸਾਡਾ ਸੋਹਣਾ ਦੇਸ਼ ਪੰਜਾਬ, ਸਾਡੇ ਸੋਹਣੇ ਲੋਕ, ਉਹਨਾਂ ਦੇ ਜਿਹੜੇ ਘਰ ਨੇ ਉਹ ਖੁਸ਼ੀਆਂ ਨਾਲ ਰਹਿਣ। ਉੱਥੇ ਆਂਡੇ ਵੀ ਉੱਥੇ ਹੀ ਹੋਣ ਤੇ ਕੁੜਕੁੜ ਵੀ ਉੱਥੇ ਹੀ ਹੋਵੇ, ਤੇ ਕਿਉਂਕਿ ਕੁੜਕੁੜ ਫਿਰ ਬਹੁਤ ਚੰਗੀ ਲੱਗਦੀ ਆ, ਵਧੀਆ ਲੱਗਦੀ ਆ। ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ। ਭਾਵ ਕੀ ਹੈ ਵੀਰੋ, ਮਿੱਠੀਆਂ ਮਿੱਠੀਆਂ ਵਿਚਾਰਾਂ ਤੁਹਾਡੇ ਨਾਲ ਕਰਨ ਦਾ ਕਿ ਆਪਾਂ ਸਾਰੇ ਰਲ ਕੇ ਆਪਣੇ ਸੋਹਣੇ ਸਮਾਜ ਨੂੰ, ਆਪਣੇ ਸੋਹਣੇ ਪੰਜਾਬ ਨੂੰ, ਸੋਹਣੇ ਦੇਸ਼ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਤੇ ਹਰ ਪੱਖੋਂ ਮਜ਼ਬੂਤ ਬਣਾਈਏ। ਬੁਰਾਈਆਂ ਸਾਡੇ 'ਚ ਬਹੁਤ ਨੇ, ਲੇਕਿਨ ਆਪਾਂ ਥੋੜੀਆਂ ਕੱਢਣ ਦੀ ਕੋਸ਼ਿਸ਼ ਕਰੀਏ। ਹਰ ਇੱਕ ਦਾ ਵੀਰ ਦਾ ਫਰਜ਼ ਬਣਦਾ। ਤੁਸੀਂ ਬਹੁਤ ਸੋਹਣਾ ਸਹਿਯੋਗ ਕਰਦੇ ਹੋ, ਤੁਹਾਡੇ ਬਹੁਤ ਸੋਹਣੇ ਕਮੈਂਟ ਆਉਂਦੇ ਨੇ। ਭਾਵ ਇਹ ਹੁੰਦਾ ਕਿ ਮੈਨੂੰ ਜਿੱਥੋਂ ਪਤਾ ਲੱਗਦਾ ਕਿ ਇੱਕ ਮੇਰੀ ਸਾਂਝ ਇੱਕ ਚੰਗੇ ਤੇ ਗਾਂਹ ਵਧੂ ਵੀਰਾਂ ਦੇ ਨਾਲ ਆ, ਜਿਹੜੇ ਮੇਰੀ ਸੋਚ ਤੋਂ ਵੀ ਗਾਂਹ ਦੇ ਨੇ, ਉਹਨਾਂ ਤੋਂ ਸਿੱਖਣ ਨੂੰ ਵੀ ਮਿਲਦਾ। ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੰਤतः ਇੱਕੋ ਹੀ ਗੱਲ ਕਹਿਣੀ ਚਾਹਾਂਗੇ। ਗੱਲ ਚਾਹੇ ਧੀਆਂ ਦੀ ਹੋਵੇ, ਪੁੱਤਾਂ ਦੀ ਹੋਵੇ, ਜਾਂ ਨੂੰਹਾਂ ਦੀ, ਜਾਂ ਮਾਪਿਆਂ ਦੀ। ਇੱਕ ਘਰ ਖੁਸ਼ਹਾਲ ਤਾਂ ਹੀ ਰਹਿ ਸਕਦਾ ਹੈ ਜੇਕਰ ਘਰ ਦੇ ਵਿੱਚ ਸੱਚਾਈ ਹੋਵੇ, ਇਮਾਨਦਾਰੀ ਹੋਵੇ, ਰਿਸ਼ਤਿਆਂ ਵਿੱਚ ਭਰੋਸਾ ਹੋਵੇ। ਤੇ ਜੇਕਰ ਭਰੋਸੇ ਦੀ ਨੀਂਹ ਕਮਜ਼ੋਰ ਹੈ ਤਾਂ ਫਿਰ ਅਜਿਹੇ ਪਰਿਵਾਰ, ਅਜਿਹੇ ਘਰ ਕਦੇ ਵੀ ਖੁਸ਼ ਨਹੀਂ ਰਹਿ ਸਕਦੇ। ਅਜਿਹੇ ਘਰਾਂ ਵਿੱਚ ਰਹਿਣ ਵਾਲੇ ਬੇਸ਼ੱਕ ਜਿੰਨੇ ਮਰਜ਼ੀ ਵੱਡੇ ਵੱਡੇ ਬੰਗਲਿਆਂ ਦੇ ਵਿੱਚ ਰਹਿੰਦੇ ਹੋਣ, ਉਹ ਬੰਗਲੇ ਸਿਰਫ ਤੇ ਸਿਰਫ ਖੋਖਲੇ ਮਕਾਨ ਹੀ ਬਣ ਕੇ ਰਹਿ ਜਾਣਗੇ, ਕਿਉਂਕਿ ਉਹ ਘਰ ਕਦੇ ਨਹੀਂ ਬਣ ਸਕਣਗੇ। ਘਰ ਉਹ ਹੋਣਗੇ ਜਿੱਥੇ ਭਰੋਸਾ ਹੋਵੇਗਾ, ਘਰ ਉਹ ਹੋਣਗੇ ਜਿੱਥੇ ਇਨਸਾਨੀਅਤ ਜਿਉਂਦੀ ਹੋਵੇਗੀ, ਆਪਸੀ ਭਾਈਚਾਰਾ, ਆਪਸੀ ਲਗਾਵ ਜਿਉਂਦਾ ਹੋਵੇਗਾ, ਵੱਡਿਆਂ ਦਾ ਸਨਮਾਨ ਜਿਉਂਦਾ ਹੋਵੇਗਾ, ਵੱਡਿਆਂ ਦਾ ਮਾਣ ਸਤਿਕਾਰ ਜਿਉਂਦਾ ਹੋਵੇਗਾ। ਤੇ ਜਿੱਥੇ ਇਹ ਚੀਜ਼ਾਂ ਨਹੀਂ ਹੈ, ਜਿੱਥੇ ਨੂੰਹਾਂ ਆਪਣਾ ਢਿੱਡ ਭਰਨ ਦੀ ਕੋਸ਼ਿਸ਼ ਕਰਦੀਆਂ ਨੇ, ਸਾਰਿਆਂ ਦਾ ਘਰ ਖਾਲੀ ਕਰਕੇ ਆਪਣਾ ਘਰ ਭਰਨ ਦੀ ਕੋਸ਼ਿਸ਼ ਕਰਦੀਆਂ ਨੇ, ਜਾਂ ਕਿਸੇ ਦਾ ਜਵਾਈ ਆਪਣੇ ਸਾਰੇ ਪਰਿਵਾਰ ਦਾ ਫਾਇਦਾ ਚੱਕ ਕੇ ਆਪਣਾ ਘਰ ਭਰਨ ਦੀ ਕੋਸ਼ਿਸ਼ ਕਰਦਾ ਹੈ, ਫਿਰ ਇਹ ਯਾਦ ਰੱਖਣਾ, ਅਜਿਹੀਆਂ ਕਰਤੂਤਾਂ ਬਹੁਤ ਲੰਬੇ ਸਮੇਂ ਤੱਕ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੀਆਂ। ਇਹ ਸਭ ਇਸ ਮਸਲੇ ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।